ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਸ਼ਲ ਮੀਡੀਆ ਰਾਹੀਂ ਸਰਦਾਰ ਹਰਵਿੰਦਰ ਸਿੰਘ ਸਰਨਾ ਵੱਲੋਂ ਦਿੱਲੀ ਕਮੇਟੀ ਨੂੰ ਪੰਥਕ ਮਸਲਿਆਂ ਬਾਰੇ ਦਿੱਤੀ ਗਈ ਚੁਣੌਤੀ ਜਿਹੜੀ ਬਹਿਸ ਦੇ ਬਾਰੇ ਉਹਨਾਂ ਨੇ ਗੱਲ ਕੀਤੀ ਹੈ, ਅਸੀਂ ਉਹਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰਦੇ ਹਾਂ। ਸਰਦਾਰ ਸਰਨਾ ਨੇ ਆਪਣੀ ਇਸ ਬਹਿਸ ਤੋਂ ਪਹਿਲਾਂ ਹੀ ਕੁਝ ਇਹੋ ਜਿਹੀਆਂ ਸ਼ਰਤਾਂ ਰੱਖੀਆਂ ਨੇ ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ ਕਿ ਇਹ ਬਹਿਸ ਤੋਂ ਭੱਜਣ ਦਾ ਇੱਕ ਭਗੌੜੇ ਹੋਣ ਦਾ ਮੁੱਖ ਕਾਰਨ ਹੈ। ਔਰ ਜਿਸ ਤਰੀਕੇ ਨਾਲ ਸਰਦਾਰ ਸਰਨਾ ਨੇ ਬਾਲਾ ਸਾਹਿਬ, ਗੁਰਦੁਆਰਾ ਬੰਗਲਾ ਸਾਹਿਬ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਪੰਥਕ ਕਾਰਜਾਂ ਦੇ ਧਰਮ ਪ੍ਰਚਾਰ ਦੇ ਕਾਰਜਾਂ ਬਾਰੇ ਕਿੰਤੂ ਪਰੰਤੂ ਕੀਤੀ ਹੈ, ਅਸੀਂ ਬਿਲਕੁਲ ਤਿਆਰ ਹਾਂ ਹਰ ਤੱਥਾਂ ਨੂੰ ਲੈ ਕੇ ਪੂਰੇ ਸਬੂਤ ਦੇ ਨਾਲ ਉਹਨਾਂ ਨਾਲ ਬੈਠਣ ਲਈ। ਇੱਕ ਗੱਲ ਸਰਦਾਰ ਹਰਵਿੰਦਰ ਸਿੰਘ ਸਰਨਾ ਨੇ ਔਰ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਆਪਣੀ ਚਿੱਠੀ ਰਾਹੀਂ ਗੱਲ ਕੀਤੀ ਹੈ ਕਿ ਦਾਸ ਨੂੰ ਆਪਣੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਕੋਲੋਂ ਚਿੱਠੀ ਲੈ ਕੇ ਉਹਨਾਂ ਕੋਲੋਂ ਮਨਜ਼ੂਰੀ ਲੈ ਕੇ ਇੱਥੇ ਬੈਠਣਾ ਚਾਹੀਦਾ। ਤੇ ਮੈਂ ਇੱਕ ਗੱਲ ਉਹਨਾਂ ਨੂੰ ਜ਼ਰੂਰ ਦੱਸ ਦੇਵਾਂ ਕਿ ਮੈਂ ਇੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਤੌਰ ਕਾਰਜਕਾਰੀ ਪ੍ਰਧਾਨ ਤੇ ਉਹਨਾਂ ਨੂੰ ਨਿਮੰਤਰਣ ਦਿੱਤਾ ਸੀ ਔਰ ਇਹ ਜਿਹੜਾ ਮਾਣ ਹੈ ਇਹ ਮੈਨੂੰ ਦਿੱਲੀ ਦੀ ਸੰਗਤ ਨੇ ਬਖਸ਼ਿਆ। ਜਿਹੜੀਆਂ 2017 ਦੇ ਵਿੱਚ ਚੋਣਾਂ ਹੋਈਆਂ, ਇਸ ਚੋਣਾਂ ਦਾ ਨਤੀਜਾ ਸੰਗਤਾਂ ਉਹਨਾਂ ਨੂੰ ਆਲਰੇਡੀ ਪਹਿਲੇ ਹੀ ਜਵਾਬ ਦੇ ਚੁੱਕੀਆਂ ਨੇ, ਮਗਰ ਮੈਂ ਫਿਰ ਵੀ ਅਸੀਂ ਆਪਣਾ ਫਰਜ਼ ਸਮਝਦੇ ਹੋਏ ਸੰਗਤਾਂ ਨੂੰ, ਕਿਉਂਕਿ ਅਸੀਂ ਜਵਾਬਦੇਹੀ ਹਾਂ, ਅਸੀਂ ਇਸ ਗੱਲ ਦਾ ਖੁੱਲ੍ਹਾ ਪੇਸ਼ਕਸ਼ ਰੱਖਿਆ ਕਿ ਅਸੀਂ ਹਰ ਬਹਿਸ ਨੂੰ ਕਰਨ ਨੂੰ ਤਿਆਰ ਹਾਂ। ਮੈਂ ਕੁਝ ਗੱਲਾਂ ਆਪ ਜੀ ਨਾਲ ਕਰਨਾ ਚਾਹੁੰਦਾ ਹਾਂ ਕਿ ਸਰਨਾ ਸਾਹਿਬ ਨੇ ਕਿਹਾ ਕਿ ਉਹਨਾਂ ਨੇ ਬਾਲਾ ਸਾਹਿਬ ਹਸਪਤਾਲ ਕਿਸੇ ਨੂੰ ਵੇਚਿਆ, ਉਸ ਦੇ ਸਬੂਤ ਦਿੱਤੇ ਜਾਣ। ਸਾਡਾ ਜਵਾਬ ਹੈ ਕਿ ਜੇਕਰ ਤੁਸੀਂ ਹਸਪਤਾਲ ਨਹੀਂ ਵੇਚਿਆ ਸੀ ਤੇ 32,96,000 ਰੁਪਏ 'ਚ ਖਰੀਦੀ ਗਈ ਹਸਪਤਾਲ ਦੀ ਜ਼ਮੀਨ ਲਈ ਲਗਭਗ 1,47,00,000 ਰੁਪਇਆ ਜੁਰਮਾਨਾ ਡੀਡੀਏ ਨੂੰ ਕਿਉਂ ਦਿੱਤਾ ਸੀ? ਹਸਪਤਾਲ ਨੂੰ ਖੁਰਦ-ਬੁਰਦ ਕਰਨ ਵਾਸਤੇ ਆਪਣੇ ਭਰਾਵਾਂ ਦੀ ਟਰਸਟ ਕਿਉਂ ਬਣਾਈ ਗਈ? ਜੇਕਰ ਤੁਸੀਂ ਕਿਸੇ ਨੂੰ ਹਸਪਤਾਲ ਨਹੀਂ ਦਿੱਤਾ ਸੀ ਤਾਂ ਦਿੱਲੀ ਕਮੇਟੀ ਦੇ ਕੋਰਟ ਰਾਹੀਂ 13.25 ਕਰੋੜ ਰੁਪਏ ਦੇ ਕੇ ਹਸਪਤਾਲ ਦਾ ਕਬਜ਼ਾ ਰੇਡੀਐਂਟ ਹੈਲਥ ਕੇਅਰ ਜਿਹੜਾ BL ਕਪੂਰ ਜਿਹੜਾ ਹਸਪੀਟਲ ਸੀ ਉਹਦੀ ਫਰਮ ਹੈ ਨੂੰ ਕਿਉਂ ਦਿੱਤਾ ਗਿਆ? ਰੇਡੀਐਂਟ ਹੈਲਥ ਕੇਅਰ ਦੀ ਵੈਬਸਾਈਟ 'ਚ ਜਿਹੜੀ ਇਕਨੋਮਿਕਸ ਟਾਈਮਜ਼ ਦੇ ਨਿਊਜ਼ ਲਿੰਕ ਦੇ ਹਵਾਲੇ ਦੇ ਅਨੁਸਾਰ ਰੇਡੀਐਂਟ ਹੈਲਥ ਕੇਅਰ ਨੇ ਬਾਲਾ ਸਾਹਿਬ ਹਸਪਤਾਲ ਨੂੰ 375 ਕਰੋੜ ਰੁਪਏ ਦੇ ਵਿੱਚ ਖਰੀਦਿਆ, ਜਿਹੜਾ $77 ਮਿਲੀਅਨ ਦੀ ਫਿਗਰ ਉਹਨਾਂ ਨੇ ਰੱਖੀ ਖਰੀਦਿਆ ਵੇ। ਹਸਪਤਾਲ ਮਾਮਲੇ 'ਚ ਜਿੱਥੇ ਸਰਦਾਰ ਪਰਮਜੀਤ ਸਿੰਘ ਸਰਨਾ ਦੇ ਖਿਲਾਫ ਸਾਕੇਤ ਕੋਰਟ ਦੇ ਆਦੇਸ਼ ਦੇ ਗੈਰ ਕਾਨੂੰਨੀ ਟਰਸਟ ਬਣਾਉਣ ਦੇ ਦੋਸ਼ ਤਹਿਤ ਠੱਗੀ ਦੀ FIR ਦਰਜ ਹੋਈ ਹੈ, ਜਿਸ ਦੀ ਜਾਂਚ ਮੌਜੂਦਾ ਸਮੇਂ ਦਿੱਲੀ ਪੁਲਿਸ ਦੀ ਇਸ ਵਕਤ ਜਿਹੜੀ ਹੈ ਇਕਨੋਮਿਕਸ ਵਿੰਗ ਕਰ ਰਹੀ ਹੈ। ਮੈਂ ਸਮਝਦਾ ਹਾਂ ਕਿ ਇਹ ਸਾਰੀਆਂ ਗੱਲਾਂ ਸੰਗਤਾਂ ਦੇ ਵਿੱਚ ਇਸ ਕਰਕੇ ਨਹੀਂ ਲੈ ਕੇ ਆਏ ਸੀ ਕਿ ਅਸੀਂ ਚਾਹੁੰਦੇ ਸੀ ਕਿ ਇਹ ਕਾਰਜ ਸਾਰੇ ਸੰਪੂਰਨ ਹੋਣ, ਮਗਰ ਇਹਨਾਂ ਨੇ ਬਾਰ-ਬਾਰ ਸਾਡੇ ਅੱਗੇ ਗੱਲ ਕੀਤੀ ਹੈ। ਜਿਹੜੀ ਗੱਲ ਅਸੀਂ ਜਿਹੜੀ ਪੇਮੈਂਟ ਹੈ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਥਰੂ ਇਹ ਚੈੱਕਾਂ ਰਾਹੀਂ ਅਸੀਂ ਪੇਮੈਂਟ ਕੀਤੀ, ਜਿਹੜੀ 12.5 ਕਰੋੜ ਰੁਪਏ ਦੀ ਅਸੀਂ ਉਹਨਾਂ ਨੂੰ ਕਰਨੀ ਪਈ ਸਾਨੂੰ, ਔਰ ਜਿਹਦੇ ਵਿੱਚ ਸਾਡੇ ਕੋਲੋਂ ਸਿਰਫ ਤੇ ਸਿਰਫ ਟਰਸਟ ਦੇ ਵਿੱਚ 6.25 ਕਰੋੜ ਰੁਪਏ ਛੋੜ ਕੇ ਗਏ ਸੀ। ਬਾਕੀ ਪੈਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਰੇਂਜ ਕੀਤਾ ਗਿਆ, ਜਿਹਦੀਆਂ ਮੈਂ ਇਹ ਜਿਹੜੀਆਂ ਚੈੱਕਾਂ ਦੀਆਂ ਡਿਟੇਲ ਆਪ ਜੀ ਦੇ ਸਾਹਮਣੇ ਰੱਖ ਰਿਹਾ। ਔਰ ਜੇਕਰ ਗੱਲ ਕਰੀਏ ਗੁਰਦੁਆਰਾ ਸਾਹਿਬ ਬੰਗਲਾ ਸਾਹਿਬ ਦੀ ਪਾਰਕਿੰਗ ਦੀ, ਤੇ ਪੰਥ ਰਤਨ ਬਾਬਾ ਹਰਬੰਸ ਸਿੰਘ ਵੱਲੋਂ ਜਿਹੜੀ ਸੰਗਤਾਂ ਦੀ ਤਿਲ ਫੁੱਲ ਭੇਂਟਾਂ ਦੇ ਨਾਲ 110 ਕਰੋੜ ਰੁਪਏ ਦੀ ਖਰਚ ਦੇ ਨਾਲ ਇਹ ਬਣਾਈ ਗਈ ਸੀ, ਪਰ ਉਸ ਸਮੇਂ ਦੇ ਇਹਨਾਂ ਦੇ ਜਨਰਲ ਮੈਨੇਜਰ ਰਾਹੀਂ ਇਹਨਾਂ ਦੀ ਆਦੇਸ਼ ਅਨੁਸਾਰ ਉਹਦਾ ਇੱਕ ਐਗਰੀਮੈਂਟ ਕੀਤਾ ਗਿਆ। ਜਿਹੜੀ ਜਗ੍ਹਾ ਸਾਨੂੰ ਜਥੇਦਾਰ ਸੰਤੋਖ ਸਿੰਘ ਉਹਨਾਂ ਨੇ ਕੌਮ ਦੀ ਝੋਲੀ ਲੈ ਕੇ ਦਿੱਤੀ ਸੀ, ਉਸ ਨੂੰ ਉਹਨਾਂ ਨੇ ਐਗਰੀਮੈਂਟ ਕਰਕੇ 25 ਸਾਲ ਲਈ ਇਹਨਾਂ ਨੇ ਉਹਦਾ ਐਗਰੀਮੈਂਟ ਕੀਤਾ, ਜਿਹਦੀ ਐਗਰੀਮੈਂਟ ਦੀ ਕਾਪੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਵੀ ਪਈਆਂ ਹਨ ਔਰ ਸੰਗਤਾਂ ਦੇ ਸਾਹਮਣੇ ਅਸੀਂ ਪਹਿਲੇ ਵੀ ਰੱਖਿਆ ਹਨ। ਉਹਦੇ ਇਲਾਵਾ ਇੱਕ ਗੱਲ ਬੜੀ ਹੈਰਾਨੀਜਨਕ ਹੁੰਦੀ ਹੈ ਕਿ ਜਿੱਥੇ ਮੰਦਿਰ ਹੈਗਾ ਹਨੂਮਾਨ ਮੰਦਿਰ ਔਰ ਬਿਰਲਾ ਮੰਦਿਰ, ਉਹਨੂੰ NDMC ਫ੍ਰੀ ਪਾਰਕਿੰਗ ਬਣਾ ਕੇ ਦੇ ਰਹੀ ਹੈ। ਇਹ ਜਿਹੜੀ ਪਾਰਕਿੰਗ ਦਿੱਤੀ ਹੈ ਬੜੀ ਹੀ ਸ਼ਰਮਨਾਕ ਗੱਲ ਹੈ। ਇਹਦੇ ਇਲਾਵਾ ਅਗਰ ਕਮੇਟੀ ਸਕੂਲ ਦੇ ਅਰਚਾਰੇ ਦੇ ਉੱਤੇ ਸਰਨਾ ਸਾਹਿਬ ਨੇ ਬੜੀ ਗੱਲ ਕੀਤੀ ਹੈ, ਜਿਹਨੂੰ ਮੈਨੂੰ ਬੜਾ ਹਾਸਾ ਕਰਾਰ ਹੁੰਦਾ ਹੈ। Sarna DJ
ਕਿ ਤੁਸੀਂ ਵਾਰ-ਵਾਰ ਇੱਕ ਆਪਣੀ ਸਟੇਟਮੈਂਟ ਨੂੰ ਬਦਲਦੇ ਹੋ। ਕਦੀ ਤੁਸੀਂ ਕਹਿੰਦੇ ਹੋ ਕਿ ਅਸੀਂ 70 ਕਰੋੜ ਰੁਪਏ ਛੱਡ ਕੇ ਗਏ, ਕਦੀ ਤੁਸੀਂ ਕਹਿੰਦੇ ਹੋ ਕਿ ਅਸੀਂ ਪੈਸੇ 100 ਤੋਂ ਸਵਾ 100 ਕਰੋੜ ਰੁਪਏ ਛੱਡ ਕੇ ਗਏ। ਜਿਹੜਾ ਆਦਮੀ ਔਰ ਜਿੱਥੇ ਆਪਣੇ ਆਪ ਨੂੰ ਇੱਕ ਵਪਾਰੀ ਸੋਚ ਵਰਗੀ ਬਣੀਆਂ ਕਹਿੰਦੇ ਹਨ, ਇਹਨਾਂ ਨੂੰ ਆਪਣੇ ਕਾਰਜਕਾਰ ਦੇ ਬਾਰੇ ਕੋਈ ਐਸਾ ਪੂਰਾ ਹਿਸਾਬ ਕਿਤਾਬ ਨਹੀਂ ਹੈ, ਮਗਰ ਸਾਡੇ ਕਾਰਜਕਾਰਨੀ ਦੇ ਬਾਰੇ ਆਪਣੇ ਚੇਲਿਆਂ ਰਾਹੀਂ, ਆਪਣੇ ਕਾਰਜਕਰਤਾ ਰਾਹੀਂ ਇਹ ਵੱਖ-ਵੱਖ ਸਮੇਂ ਦੇ ਉੱਤੇ ਆਰਟੀਆਈਆਂ ਲਗਾ ਕੇ ਸਾਰੇ ਸਬੂਤ ਲੈਂਦੇ ਰਹੇ। ਮੈਂ ਆਪਣੀ ਪਿਛਲੀ ਵੀਡੀਓ ਰਾਹੀਂ ਵੀ ਸੰਗਤ ਜੀ ਆਪ ਜੀ ਨੂੰ ਦੱਸਿਆ ਸੀ ਕਿ ਜੋ ਇਹ ਕਰਜ਼ਾ ਸਾਡੇ ਤੇ ਛੱਡ ਕੇ ਗਏ ਤੇ ਤਕਰੀਬਨ ਜਿਹਦੀ 100 ਕਰੋੜ ਰੁਪਏ ਤੋਂ ਉੱਤੇ ਦੀ ਦੇਣਦਾਰੀ ਅੱਜ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਹੈ। ਮੈਂ ਸਮਝਦਾ ਵਾਂ ਕਿ ਇਹ ਜਿਹੜਾ ਕਰਜ਼ਾ ਜਾਂ ਇਹ ਜਿਹੜਾ ਸਾਡੀ ਰਾਸ਼ੀ ਹੈ ਜਿਹੜੀ ਅਸੀਂ ਸਟਾਫ ਲਈ ਦੇਣੀ ਹੈ, ਇਹਨੂੰ ਅਗਰ ਅਸੀਂ ਪੂਰਾ ਕਰਨ ਵਾਸਤੇ ਕਿਧਰੋਂ ਵੀ ਅਗਰ ਪੈਸੇ ਲਵਾਂਗੇ ਤੇ ਉਹਦੇ ਉੱਤੇ ਜਿਹੜਾ ਇਹ ਖਮਿਆਜ਼ਾ ਗੁਰੂ ਦੀ ਗੋਲਕ ਨੂੰ ਭੁਗਤਣਾ ਪਏਗਾ। ਇਹ ਸਰਨਾ ਭਰਾਵਾਂ ਦੀਆਂ ਜਿਹੜੀਆਂ ਬਣੀਆਂ ਸੋਚ, ਵਪਾਰਿਕ ਸੋਚ ਕਹਿੰਦੇ ਆ, ਇਹ ਉਹਦਾ ਨਤੀਜਾ ਹੋਵੇਗਾ। ਦਿੱਲੀ ਕਮੇਟੀ ਦੀ ਦੇਣਦਾਰੀ ਬਾਰੇ ਆਪਣੇ ਵੀਡੀਓ ਦੇ ਵਿੱਚ ਉਹਨਾਂ ਨੇ 129 ਕਰੋੜ ਰੁਪਏ ਦੀ ਦੇਣਦਾਰੀ ਕੀਤੀ ਦੇ ਬਾਰੇ ਗੱਲ ਕੀਤੀ ਹੈ। ਜਿਹੜਾ ਇਹਨਾਂ ਨੇ ਆਰਟੀਆਈ ਦੀ ਜਵਾਬ ਦੇ ਵਿੱਚ ਇੱਕ ਫੋਟੋ ਦਿਖਾ ਕੇ ਦੱਸਿਆ ਕਿ ਸਾਨੂੰ ਉਹਨਾਂ ਨੂੰ ਆਈ ਹੈ। ਇਹਨਾਂ ਨੂੰ ਬੜੀ ਚੰਗੀ ਤਰ੍ਹਾਂ ਪਤਾ ਵੇ, ਕਿਉਂਕਿ ਇਹ ਜਿਹੜੀ ਫਿਗਰ ਸੀ ਇਹ ਇੱਕ ਟਾਈਪਿੰਗ ਐਰਰ ਸੀ ਔਰ ਜਿਸ ਵੱਲੋਂ ਇਹ ਕੀਤੀ ਗਈ ਦਿੱਲੀ ਕਮੇਟੀ ਨੇ ਉਹਦੇ ਐਕਸ਼ਨ ਲਿਆ ਗਿਆ, ਉਹਦੇ ਉੱਤੇ ਐਕਸ਼ਨ ਲਿਆ ਔਰ ਉਹਨੂੰ ਸਸਪੈਂਡ ਕੀਤਾ ਗਿਆ ਉਸ ਲੜਕੇ ਨੂੰ, ਔਰ ਸਾਰਿਆਂ ਨੂੰ ਬਾਕੀਆਂ ਨੂੰ ਸ਼ੋ ਕਾਜ਼ ਨੋਟਿਸ ਦਿੱਤਾ ਗਿਆ। ਮਗਰ ਇਹਨਾਂ ਨੂੰ ਇਹ ਸਭ ਗੱਲ ਪਤਾ ਹੁੰਦੀ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਕਿ ਦਿੱਲੀ ਕਮੇਟੀ ਨੂੰ ਕਿਸੇ ਤਰੀਕੇ ਨੀਚਾ ਦਿਖਾਇਆ ਜਾਏ। ਧਰਮ ਪ੍ਰਚਾਰ ਲਹਿਰ ਬਾਰੇ ਇਹਨਾਂ ਨੇ ਗੱਲ ਕੀਤੀ, ਉਹਦੇ ਉੱਤੇ ਨੁਕਤਾਚੀਨੀਆਂ ਕੀਤੀਆਂ ਨੇ। ਜਿਸ ਦੌਰਾਨ ਇਹਨਾਂ ਨੇ ਆਪਣਾ ਕਾਰਜਕਾਲ ਕੀਤਾ ਪਿਛਲੇ ਸਮੇਂ 'ਚ ਇਹਨਾਂ ਨੇ 10 ਕਰੋੜ ਰੁਪਏ ਦਾ ਖਰਚਾ ਕੀਤਾ ਸੀ। ਸਾਡੀ ਕਮੇਟੀ ਨੇ 18 ਕਰੋੜ ਰੁਪਏ ਦਾ 4 ਸਾਲਾਂ ਦੇ ਵਿੱਚ ਕਾਰਜ ਕੀਤਾ। ਮੈਂ ਸਮਝਦਾ ਹਾਂ ਕਿ ਧਰਮ ਪ੍ਰਚਾਰ ਕਮੇਟੀ ਕਰਨਾ ਹੀ ਦਿੱਲੀ ਕਮੇਟੀਆਂ ਦਾ ਉਦੇਸ਼ ਹੈ, ਗੁਰਦੁਆਰਾ ਪ੍ਰਬੰਧਕ ਚਲਾਉਣ ਦਾ ਉਹੀ ਉਦੇਸ਼ ਹੈ ਮੇਨ। ਔਰ ਇਸ 18 ਕਰੋੜ ਦੇ ਵਿੱਚ ਅਸੀਂ 4 ਸਾਲਾਂ ਤੋਂ ਲਗਾਤਾਰ ਜਿਹੜਾ ਫਤਿਹ ਦਿਵਸ ਮਨਾ ਰਹੇ ਹਾਂ, ਸੰਗਤਾਂ ਨੂੰ ਜਿਹੜੀਆਂ ਆਪਣੇ ਪੁਰਾਣੇ ਇਤਿਹਾਸ ਦੇ ਨਾਲ ਉਜਾਗਰ ਕੀਤਾ। ਸ਼ਤਾਬਦੀ ਮਨਾਈ ਗਈ ਬਾਬਾ ਬੰਦਾ ਸਿੰਘ ਬਹਾਦਰ ਦੀ ਇੰਨੇ ਵੱਡੇ ਪੱਧਰ ਦੇ ਉੱਤੇ ਕਿ ਪੂਰਾ ਹਿੰਦੁਸਤਾਨ ਨੇ ਉਹਨੂੰ ਦੇਖਿਆ ਔਰ ਘਰ ਘਰ ਤੱਕ ਅਸੀਂ ਇਲਾਕੇ 'ਚ ਜਾ ਕੇ ਇਹਦਾ ਸਮਾਗਮ ਕਰਾਏ ਔਰ ਇੱਕ ਘਰ ਦੇ ਵਿੱਚ ਅੱਜ ਹਰ ਬੱਚੇ ਨੂੰ ਅਗਰ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਬਾਰੇ ਗੱਲ ਕਰੀਏ ਤੇ ਸਭ ਨੂੰ ਉਹਦੇ ਬਾਰੇ ਪਤਾ ਹੈ। ਜੇ ਅਗਰ ਅਸੀਂ ਸ਼ਤਾਬਦੀ ਦੀ ਗੱਲ ਕਰੀਏ, 350 ਸਾਲਾ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਤਾਬਦੀ ਮਨਾਈ ਗਈ, ਬੜੇ ਵੱਡੇ ਪੱਧਰ ਤੇ ਇਸ ਸ਼ਤਾਬਦੀ ਨੂੰ ਮਨਾਇਆ ਗਿਆ ਔਰ ਦਿੱਲੀ ਤੋਂ ਬੜੀ ਵੱਡੀ ਸੰਖਿਆ ਦੇ ਵਿੱਚ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੋਂ ਸੰਗਤਾਂ ਨੂੰ ਪਟਨਾ ਸਾਹਿਬ ਭੇਜਿਆ ਗਿਆ। ਇਹਦੇ ਨਾਲ ਜਿਹੜੇ ਸਮਾਜ ਸਾਡੇ ਤੋਂ ਵਿਛੜ ਚੁੱਕਾ ਸੀ, ਜਿਹੜਾ ਵਣਜਾਰਾ ਸਮਾਜ, ਜਿਹੜਾ ਰੰਗਰੇਟਾ ਸਮਾਜ, ਜਿਹੜੇ ਵੀ ਅਸੀਂ ਇਹ ਸਾਡੇ ਤੋਂ ਦੂਰ ਹੋ ਚੁੱਕੇ ਸੀ, ਇਹਨਾਂ ਨੂੰ ਅਸੀਂ ਨਾਲ ਜੋੜਨ ਵਾਸਤੇ ਕਈ ਉਪਰਾਲੇ ਕੀਤੇ ਔਰ ਇਹਨਾਂ ਸਾਰਿਆਂ ਕਾਰਜਾਂ ਦੇ ਇਹ ਖਰਚੇ ਹੈਗੇ ਹਨ। ਮੈਂ ਸਮਝਦਾ ਹਾਂ ਕਿ ਇਹ ਜਿਹੜੀਆਂ ਗੱਲਾਂ ਸਰਨਾ ਸਾਹਿਬ ਨੇ ਕੀਤੀਆਂ, ਇਹਨਾਂ ਦੇ ਸਮੇਂ ਦੇ ਵਿੱਚ ਮੈਂ ਸਿਰਫ ਇੱਕ ਇੰਸਟੈਂਸ ਤੁਹਾਨੂੰ ਦੱਸਾਂਗਾ ਕਿ ਇੱਕ ਦਿਨ ਦੇ ਵਿੱਚ 1.25 ਕਰੋੜ ਰੁਪਇਆ ਖਰਚ ਕੇ ਇੱਕ ਵਰਲਡ ਸਿੱਖ ਕਨਵੈਨਸ਼ਨ ਕਰਾਈ ਗਈ, ਜਿਹਦਾ ਮੈਂ ਸਮਝਦਾ ਹਾਂ ਕਿ ਸਿਰਫ ਤੇ ਸਿਰਫ ਕੌਮ ਨੂੰ ਦੋ ਫਾੜ ਕਰਨ ਦਾ ਕੰਮ ਕੀਤਾ ਗਿਆ ਔਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜਾ ਚੁਣੌਤੀ ਦੇਣ ਦਾ ਜਿਹੜੀ ਉੱਥੋਂ ਜਿਹਾਦ ਸ਼ੁਰੂ ਹੋਈ, ਇਹ ਉਸ ਕਾਨਫਰੰਸ ਦੀ ਉਪਜ ਸੀ। ਉਹਦੇ ਇਲਾਵਾ ਇਹਨਾਂ ਨੇ ਦਿੱਲੀ ਤੋਂ ਲੈ ਕੇ ਨਨਕਾਣਾ ਸਾਹਿਬ ਤੱਕ ਨਗਰ ਕੀਰਤਨ ਕੀਤਾ। ਮੈਂ ਸਰਨਾ ਸਾਹਿਬ ਆਪ ਜੀ ਨੂੰ ਪੁੱਛਣਾ ਚਾਹੁੰਦਾ, ਜਿਹੜਾ ਉਹ ਨਗਰ ਕੀਰਤਨ ਤੁਸੀਂ ਲੈ ਕੇ ਗਏ, ਨਗਰ ਕੀਰਤਨ ਦਾ ਇੱਕ ਅਸੂਲ ਹੁੰਦਾ ਹੈ ਕਿ ਜਿਹੜੀ ਪਾਲਕੀ ਸਾਹਿਬ ਜਿੱਥੋਂ ਚਲਦੀ ਹੈ ਜਾਂ ਜਿੱਥੇ ਪਹੁੰਚਦੀ ਹੈ, ਗੁਰੂ ਦੀ ਗੋਲਕ ਦੀ ਉੱਥੋਂ ਰਸੀਦ ਕੱਟੀ ਜਾਂਦੀ ਹੈ, ਜਾਂ ਤਾਂ ਉੱਥੋਂ ਜਿੱਥੋਂ ਸ਼ੁਰੂਆਤ ਕੀਤੀ ਜਾਏ ਜਾਂ ਜਿੱਥੇ ਉਹਦਾ ਸਮਾਪਤੀ ਹੁੰਦੀ ਹੈ। ਮਗਰ ਤੁਸੀਂ ਕਿਸ ਪਾਸੇ ਕਿਸੇ ਵੀ ਤਰਫ ਦੀ ਰਸੀਦ ਇੱਥੇ ਸਾਡੀ ਗੁਰਦੁਆਰਾ ਕਮੇਟੀ ਦੇ ਵਿੱਚ ਜਮ੍ਹਾਂ ਨਹੀਂ ਕਰਾਈ। ਮੈਂ ਆਪ ਨੂੰ ਬੇਨਤੀ ਕਰਦਾ ਕਿ ਜਿਸ ਵਕਤ ਤੁਸੀਂ ਇਸ ਬਹਿਸ ਦੇ ਵਿੱਚ ਆਓਗੇ ਤੇ ਉਸ ਰਸੀਦ ਨੂੰ ਵੀ ਜ਼ਰੂਰ ਸੰਗਤਾਂ ਦੇ ਵਿੱਚ ਲੈ ਕੇ ਆਣਾ, ਜਿੱਥੋਂ ਸੰਗਤਾਂ ਨੂੰ ਪਤਾ ਚੱਲ ਜਾਵੇ ਕਿ ਤੁਹਾਡਾ ਨਿਜ਼ਾਮ ਕੈਸਾ ਚੱਲਦਾ ਰਿਹਾ। ਕਮੇਟੀ ਵੱਲੋਂ ਲੋੜ ਪੈਣ ਤੇ ਖਰੀਦੀਆਂ ਗਈਆਂ ਗੱਡੀਆਂ ਬਾਰੇ ਤੁਸੀਂ ਗੱਲ ਕੀਤੀ ਹੈ, ਪ੍ਰਬੰਧਕਾਂ ਦੀ ਨੀਅਤ ਨੂੰ ਤੁਸੀਂ ਝੰਜੋੜਿਆ ਹੈ। ਮੈਂ ਸਮਝਦਾ ਹਾਂ ਕਿ ਅਗਰ ਡਾਕ ਰਾਈਟਰਾਂ ਲਈ ਸਕੂਟਰ ਲੈਣੇ, ਗੁਰਦੁਆਰਿਆਂ ਦੀਆਂ ਸ਼ਤਾਬਦੀਆਂ ਮਨਾਉਣ ਵਾਸਤੇ, ਗੁਰਪੁਰਬਾਂ ਦੀਆਂ ਸ਼ਤਾਬਦੀਆਂ ਮਨਾਉਣ ਵਾਸਤੇ ਜੇ ਅਗਰ ਪਾਲਕੀ ਸਾਹਿਬ ਖਰੀਦੀ ਜਾਏ ਤੇ ਇਹਦੇ ਵਿੱਚ ਵੀ ਤੁਹਾਨੂੰ ਅਗਰ ਕਿੰਤੂ ਪਰੰਤੂ ਹੈ ਤੇ ਮੈਨੂੰ ਤੁਹਾਡੀ ਸੋਚ ਦੇ ਉੱਤੇ ਬੜੀ ਹੈਰਾਨੀ ਹੁੰਦੀ ਹੈ। ਜਿਹੜੀਆਂ ਤੁਸੀਂ 14 ਇਨੋਵਾ ਗੱਡੀਆਂ ਦੀ ਗੱਲ ਕਰਦੇ ਹੋ,
ਮੈਂ ਆਪ ਜੀ ਨੂੰ ਇਹ ਵੀ ਬੇਨਤੀ ਕਰਦਾ ਕਿ ਉਹ 14 ਗੱਡੀਆਂ ਦੀ ਨੰਬਰ ਔਰ ਉਹਨਾਂ ਦੀਆਂ ਆਰਸੀ ਕਿਤਾਬਾਂ ਦੀਆਂ ਫੋਟੋ ਕਾਪੀਆਂ, ਕਿਉਂਕਿ ਤੁਹਾਡਾ ਸੈੱਲ ਬੜਾ ਹੈ, ਕਿਉਂਕਿ ਤੁਸੀਂ ਬਾਰ-ਬਾਰ ਆਰਟੀਆਈਜ਼ ਲਗਾਉਂਦੇ ਹੋ, ਇਹ ਵੀ ਜ਼ਰੂਰ ਨਾਲ ਲੈ ਕੇ ਆਪਣੀ ਬਹਿਸ ਦੇ ਵਿੱਚ ਆਣਾ ਹੈ। ਜੇਕਰ ਸ਼ਾਇਦ ਅਸੀਂ ਗੱਲ ਕਰੀਏ ਕਿ ਦਿੱਲੀ ਕਮੇਟੀ ਵੱਲੋਂ ਤੁਹਾਡੇ ਤੋਂ ਪਹਿਲਾਂ ਅਗਰ ਉਹਦੀ ਗੱਲ ਕਰੀਏ ਸੇਵਾਵਾਂ ਦੀਆਂ, ਤੇ ਜਿਹੜੀਆਂ ਪਹਿਲੀਆਂ ਪੁਰਾਣੀਆਂ ਕਮੇਟੀਆਂ ਰਹੀਆਂ 1984 ਦੇ ਪੀੜਤਾਂ ਬਾਰੇ ਉਹਨਾਂ ਨੇ ਜਿਹੜੇ ਫੈਸਲੇ ਲਏ ਗਏ ਸੀ, ਤੁਹਾਡੀ ਕਮੇਟੀ ਨੇ ਆ ਕੇ ਉਹਨਾਂ ਨੂੰ ਵੀ ਖਾਰਿਜ ਕਰਤਾ। ਉਹ ਫੈਸਲਾ ਵੀ ਦਿੱਲੀ ਕਮੇਟੀ ਨੇ, ਮੌਜੂਦਾ ਕਮੇਟੀ ਨੇ ਆ ਕੇ ਸ਼ੁਰੂ ਕੀਤਾ। ਲੋੜੀਂਦਾ ਜਿਹੜੇ ਉਹ ਉਸ ਪੀੜਤ ਪਰਿਵਾਰ ਸੀ ਉਹਨਾਂ ਨੂੰ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਲੋੜ ਸੀ, ਉਹਨਾਂ ਦੇ ਕੋਰਟਾਂ ਦੀਆਂ ਲੜਾਈ ਲੜ ਰਹੇ ਆ, ਉਹਨਾਂ ਦੀਆਂ ਪੈਨਸ਼ਨਾਂ ਚਾਲੂ ਕੀਤੀਆਂ, ਉਹਨਾਂ ਦੇ ਬੱਚਿਆਂ ਵਾਸਤੇ ਸਗਨ ਸਕੀਮਾਂ ਸ਼ੁਰੂ ਕੀਤੀਆਂ। ਇਹ ਸਾਰੇ ਕਾਰਜਾਂ ਨੂੰ ਅਗਰ ਤੁਸੀਂ ਪੰਥ ਦਾ ਖਰਚਾ ਸਮਝਦੇ ਹੋ ਤੇ ਮੈਨੂੰ ਹੱਸੀ ਆਉਂਦੀ ਹੈ ਤੁਹਾਡੀ ਇਸ ਬਣੀਆਂ ਸੋਚ ਦੇ ਉੱਤੇ। ਔਰ ਤੁਸੀਂ ਮੌਜੂਦਾ ਕਮੇਟੀ ਦੇ ਭ੍ਰਿਸ਼ਟਾਚਾਰ ਸਿਆਸੀ ਵਰਤੋਂ ਦੋਸ਼ ਲਾਉਂਦੇ ਹੋ, ਪਰ ਇਸ ਦਾ ਇੱਕ ਸਬੂਤ ਤੁਸੀਂ ਸੰਗਤਾਂ ਤੱਕ ਅੱਜ ਤੱਕ ਨਹੀਂ ਦੇ ਸਕੇ। ਮੈਂ ਤੁਹਾਡੇ ਤੋਂ ਇੱਕ ਗੱਲ ਜ਼ਰੂਰ ਪੁੱਛਾਂਗਾ ਕਿ ਜਿਸ ਵਕਤ ਪੰਜਾਬ ਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨਾਂ ਹੋਈਆਂ, ਜਿਹਦੇ ਵਿੱਚ ਤਕਰੀਬਨ 14 ਪਾਰਟੀਆਂ ਨੇ ਮਿਲ ਕੇ ਇੱਕ ਸਾਂਝਾ ਫਰੰਟ ਤਿਆਰ ਕੀਤਾ ਔਰ ਉਹਦੇ ਜਿਹੜੇ ਇੱਥੋਂ ਪੋਸਟਰ ਛਾਪੇ ਗਏ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਛਪਦੇ ਨੇ, ਉੱਥੇ ਤੁਸੀਂ ਉਹ ਪੋਸਟਰ ਛਾਪੇ ਗਏ। ਕਾਂਗਰਸ ਦੇ ਪ੍ਰਧਾਨ ਸਰਦਾਰ ਕੈਪਟਨ ਅਮਰਿੰਦਰ ਸਿੰਘ ਜਿਸ ਵਕਤ ਪ੍ਰਧਾਨ ਬੜੇ, ਤੁਸੀਂ ਉਹਨਾਂ ਨੂੰ ਵਧਾਈ ਦੇਣ ਵਾਸਤੇ ਜਿਹੜੇ ਇਸ਼ਤਿਹਾਰ ਅਖਬਾਰਾਂ 'ਚ ਦਿੱਤੇ, ਉਹਦਾ ਕਮੇਟੀ ਵੱਲੋਂ ਖਰਚਾ ਪਾਇਆ ਗਿਆ ਔਰ ਜਿਹਦੇ ਸਬੂਤ ਸਾਡੇ ਕੋਲ ਸਾਰੇ ਹੈਗੇ ਹਨ। ਮੈਂ ਜਿੰਨੀਆਂ ਵੀ ਗੱਲਾਂ ਕਰ ਰਹੀਆਂ ਸਬੂਤ ਦੇ ਨਾਲ ਤੁਹਾਡੇ ਨਾਲ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਬੈਠਾਂਗਾ, ਡਿਬੇਟ ਦੇ ਵਿੱਚ। ਤੁਸੀਂ ਆਪਣੇ ਆਪ ਨੂੰ ਜਿਹੜੇ ਬਣੀਆਂ ਵਾਲੀ ਗੱਲ ਕੀਤੀ, ਮੈਂ ਤੁਹਾਡੇ ਨਾਲ ਇੱਕ ਬੜੀ ਛੋਟੀ ਜੀ ਗੱਲ ਜ਼ਰੂਰ ਕਰਦੇ ਹੋਏ ਸਮਾਪਤੀ ਕਰਾਂਗਾ ਆਪਣੀ ਗੱਲ ਦੀ, ਕਿ ਜਿੰਨੀ ਕੁ ਤੁਸੀਂ ਸੋਚ ਦੇ ਨਾਲ ਇਸ ਪ੍ਰਬੰਧ ਨੂੰ ਚਲਾਇਆ, ਦਿੱਲੀ ਦੇ ਵਿੱਚ ਮਸ਼ਹੂਰ ਹੈ ਕਿਉਂਕਿ ਇੱਥੇ ਦਿੱਲੀ ਦੇ ਵਿੱਚ ਰੀਅਲ ਏਸਟੇਟ ਦਾ ਬੜਾ ਕੰਮ ਹੈ, ਦਿੱਲੀ ਦੇ ਵਿੱਚ ਬੜੇ ਬਿਲਡਰ ਨੇ ਕਿ ਜਿਸ ਤੇ ਆਪਣੇ ਪਲਾਟ ਦੇ ਉੱਤੇ ਅਸੀਂ ਕੋਈ ਮਿੱਟੀ ਪੁਟਵਾਨੀ ਹੁੰਦੀ ਹੈ ਤੇ ਸਾਨੂੰ ਉੱਥੇ ਮਿੱਟੀ ਲਿਜਾਣ ਵਾਲਾ ਉਹਦੇ ਪੈਸੇ ਖਰਚਦਾ ਹੈ। ਮਗਰ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸਥਾਨ ਜਿੱਥੇ ਇੱਕ ਤੁਸੀਂ ਟੋਆ ਪੁੱਟਿਆ ਗੁਰਦੁਆਰਾ ਰਕਾਬਗੰਜ ਸਾਹਿਬ, ਜਿਹੜੀ ਡਿਵੈਲਪਮੈਂਟ ਤੁਸੀਂ ਕਮੇਟੀ ਬਣਾਈ ਸੀ, ਉਹਦੇ ਵਿੱਚੋਂ 1,95,00,000 ਰੁਪਏ ਦੀ ਮਿੱਟੀ ਸਿਰਫ ਗੁਰੂ ਘਰ ਦੀ ਦਿੱਤੀ ਹੈ। ਮੈਨੂੰ ਇਹ ਸਮਝ ਨਹੀਂ ਆਇਆ ਕਿ ਇਸ ਪ੍ਰਬੰਧ ਨੂੰ ਅਸੀਂ ਅੱਛਾ ਪ੍ਰਬੰਧ ਕਹੀਏ ਜਾਂ ਤੁਹਾਡੇ ਇਸ ਪ੍ਰਬੰਧ ਦੇ ਨਾਲ ਕਿੰਨਾ ਕੁ ਨੁਕਸਾਨ ਇਸ ਕੌਮ ਨੂੰ ਹੋਇਆ। ਪਿਛਲੇ 10 ਸਾਲਾਂ ਦੇ ਵਿੱਚ ਜਿਹੜਾ ਇਹ ਘਾਟ ਹੋਈ ਹੈ, ਮੈਂ ਸਮਝਦਾ ਕਿ ਅਗਰ ਇਹ ਸਹੀ ਪ੍ਰਬੰਧ ਨਾਲ ਚੱਲ ਰਿਹਾ ਹੁੰਦਾ ਤੇ ਘੱਟ ਤੋਂ ਘੱਟ 500 ਕਰੋੜ ਰੁਪਈਆ ਸਾਡੇ ਕੋਲ ਇਸ ਵਕਤ ਬੈਲੈਂਸ ਹੋਣਾ ਚਾਹੀਦਾ ਸੀ। ਇਹ ਗੱਲਾਂ ਤੁਹਾਡੀਆਂ ਸਾਰੀਆਂ ਅਸੀਂ ਤੁਹਾਡੇ ਅੱਗੇ ਤੱਕ ਮੈਂ ਪਹੁੰਚਾਉਣੀਆਂ ਇਸ ਕਰਕੇ ਜ਼ਰੂਰੀ ਸਮਝੀਆਂ ਕਿਉਂਕਿ ਜਿਹੜੀ ਗੱਲ ਤੁਸੀਂ ਸਾਡੇ ਉੱਤੇ ਦੋਸ਼ ਲਾਉਣ ਦੀ ਗੱਲ ਕੀਤੀ ਹੈ, ਅਸੀਂ ਬਿਲਕੁਲ ਹਰ ਪਾਸੋਂ ਤਿਆਰ ਹਾਂ। ਔਰ ਮੈਂ ਸਾਡੇ ਇਹਨਾਂ ਦਾਅਵਿਆਂ ਪਿੱਛੋਂ ਜਿਹੜੀ ਵੀ ਸਾਡੇ ਸਬੂਤ ਨੇ, ਇਹਨੂੰ ਲੈ ਕੇ ਮੈਂ ਤੁਹਾਡੇ ਨਾਲ ਆਵਾਂਗਾ। ਔਰ ਮੈਂ ਆਪ ਜੀ ਨੂੰ ਕਹਿੰਦਾ ਕਿ ਇਸ ਤੱਥਾਂ ਤੇ ਰੋਸ਼ਨੀ ਪਾਉਣ ਲਈ ਸੰਗਤਾਂ ਦੇ ਸਾਹਮਣੇ ਆਪਣਾ ਪੇਸ਼ ਛੇਤੀ ਤੋਂ ਛੇਤੀ ਸਾਫ਼ ਕਰਨ ਦੀ ਕਿਰਪਾਲਤਾ ਕਰੋ ਜੀ। ਸਰਨਾ ਸਾਹਿਬ, ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਵਾਂ ਕਿ ਸਾਡੀ ਪਾਰਟੀ ਦੀ ਫਿਰਾਕ ਦਿਲੀ ਦੇਖੋ ਕਿ ਅਸੀਂ ਤੁਹਾਨੂੰ ਨਿਯੋਤਾ ਖੁਦ ਦੇ ਰਹੇ ਹਾਂ ਕਿ ਬਹਿਸ ਕਰਨ ਦਾ, ਔਰ ਇੱਕ ਤਰਫ ਤੁਹਾਡਾ ਪ੍ਰਬੰਧ ਸੀ ਜਿੱਥੇ ਸਰਦਾਰ ਮਨਜੀਤ ਸਿੰਘ ਜੀਕੇ ਜਿਸ ਵਕਤ ਤੁਹਾਡੇ ਸੱਦੇ ਦੇ ਉੱਤੇ ਪਹੁੰਚੇ ਸੀ, ਤੁਸੀਂ ਕਿਰਪਾਨਾਂ ਉਹਨਾਂ ਦੇ ਸਿਰਾਂ ਤੇ ਮਾਰੀਆਂ, ਉਹਨਾਂ ਤੇ ਜਾਨਲੇਵਾ ਹਮਲਾ ਕੀਤਾ ਸੀ। ਮਗਰ ਅਸੀਂ ਅੱਜ ਵੀ ਖੁੱਲੇ ਦਿਲ ਦੇ ਨਾਲ ਤੁਹਾਨੂੰ ਸਵਾਗਤ ਕਰਦੇ ਹਾਂ ਕਿ ਇਸ ਬਹਿਸ ਦੇ ਵਿੱਚ ਸਾਡੇ ਵਿੱਚ ਆਓ ਔਰ ਸੰਗਤਾਂ ਨੂੰ ਇਸ ਗੱਲ ਤੋਂ ਜਾਣੂ ਕਰਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।